ਜ਼ਰੂਰੀ ਸੂਚਨਾ ਇਹਨੂੰ ਸਮਝ ਲਓ ਜਾਂ ਇੱਕ ਸਲਾਹ ਸਮਝ ਲਓ। ਇਹ ਵੀ ਸਾਡੇ ਕਿਸਾਨ ਆਗੂ ਆ, ਉਹਨਾਂ ਨੂੰ ਕਹਿਣਾ ਚਾਹੁੰਦਾ ਜਾਂ ਉਹਨਾਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਇਹ ਗੱਲ ਕਿ ਆਗੂਆਂ ਦੀ ਲੋੜ ਅੱਜ ਸਿੰਘੂ ਸਟੇਜ ਤੇ ਆ। ਇੱਥੋਂ ਦੇ ਮੌਜੂਦਾ ਹਾਲਾਤ ਨੇ, ਮੈਂ ਉਹਦੇ ਹਿਸਾਬ ਨਾਲ ਤੁਹਾਨੂੰ ਦੱਸ ਰਿਹਾ, ਕਿਉਂਕਿ ਮੈਂ ਤਾਂ ਖੁੱਲ੍ਹੇਆਮ ਘੁੰਮ ਫਿਰ ਨਹੀਂ ਸਕਦਾ, ਇਹ ਤੁਹਾਨੂੰ ਵੀ ਪਤਾ। ਤੁਸੀਂ ਫਿਰ ਸਕਦੇ ਹੋ, ਘੁੰਮ ਫਿਰ ਸਕਦੇ ਹੋ। ਸੋ ਜਿਹੜੀ ਇੱਥੋਂ ਦੀ ਅਸਲ ਸੱਚਾਈ ਹੈ ਉਹ ਤੁਹਾਡੇ ਮੈਂ ਧਿਆਨ 'ਚ ਲਿਆਂਦੀ ਹੈ ਕਿ ਇੱਥੇ ਲੋਕਾਂ 'ਚ ਬਹੁਤ ਜ਼ਿਆਦਾ ਨਿਰਾਸ਼ਤਾ ਫੈਲ ਰਹੀ ਆ ਕਿ ਕੋਈ ਆਗੂ ਦੇਖ ਨਹੀਂ ਦੇ ਦੇ ਮੁੱਦਿਆਂ ਦੇ ਨਾਲ ਪੰਥਕ ਗੱਲਾਂ ਵੀ ਕਰਦਾ ਸੀ। ਉਸ ਟਾਈਮ ਤੇ ਭੰਡਣਾ ਸ਼ੁਰੂ ਕੀਤਾ ਸੀ ਪੰਥਕ ਪਾਰਟੀਆਂ ਨੇ, ਜਿਹੜੀਆਂ ਕਿ ਅੱਜ ਵੀ ਭੰਡ ਰਹੀਆਂ ਨੇ, ਚਾਹੇ ਉਹ ਕੈਲੰਡਰ ਵਾਲੀ ਪਾਰਟੀ ਹੋਵੇ ਜਾਂ ਹੋਰ ਪਾਰਟੀਆਂ ਵੀ ਹੋਣ, ਜਿਹੜੇ ਕਿ ਅੰਦਰ ਖਾਤੇ ਨਹੀਂ ਸੀ ਚਾਹੁੰਦੀਆਂ ਕਿ ਪੰਜਾਬ ਦੀ ਨੌਜਵਾਨੀ ਜਾਗੇ, ਉਹਨਾਂ ਦੀਆਂ ਦੁਕਾਨਾਂ ਬੰਦ ਹੋਣ। ਇਹ ਸਿੱਖ ਪੰਥਕ ਪਾਰਟੀਆਂ ਵੀ ਦੀਪ ਸਿੱਧੂ ਨੂੰ ਅੰਦਰੋਂ ਅੰਦਰੀ ਭੰਡਦੀਆਂ ਰਹੀਆਂ ਹੁਣ। ਕਿਸਾਨ ਅੰਦੋਲਨ ਦੇ ਲਈ ਖਤਰਨਾਕ ਹੈ ਵੀ ਉਹ ਇੱਕ ਧਰਮ ਦੀ ਗੱਲ ਕਰਦਾ ਹੈ, ਤਾਂ ਜਿਹੜੇ ਧਰਮ ਦੀ ਗੱਲ ਕਰਨ ਵਾਲੇ ਨੇ ਉਹ ਵੀ ਉਹਦੇ ਹੱਕ ਵਿੱਚ ਕਿਉਂ ਨਹੀਂ ਖੜਦੇ? ਖਤਰਾ ਉਹਨਾਂ ਨੂੰ ਵੀ ਹੈ, ਰਾਜਸੀ ਪਾਰਟੀਆਂ ਨੂੰ ਵੀ ਖਤਰਾ ਸੀ। ਲੱਖੇ ਤੋਂ ਦੀਪ ਸਿਧਾਣੇ ਤੋਂ ਗੱਲ ਉੱਥੇ ਦੀ ਉੱਥੇ ਖੜੀ ਹੈ, ਤੇ ਕਿਸਾਨ ਆਗੂਆਂ ਨੂੰ ਵੀ ਖਤਰਾ ਹੈ। ਖਤਰਾ ਹੈ ਸਿਰਫ ਚੌਧਰ ਦਾ, ਖਤਰਾ ਹੈ ਬੁੱਢੀ ਲੀਡਰਸ਼ਿਪ ਦੇ ਹੱਥੋਂ ਨੌਜਵਾਨੀ ਦੇ ਹੱਥ ਵਾਂਗ ਡੋਰ ਜਾਣ ਦਾ। ਇਹ ਇੱਕ ਖਤਰਾ ਹੈ, ਹੋਰ ਇਸ ਤੋਂ ਇਲਾਵਾ ਦੂਜੀ ਕੋਈ ਗੱਲ ਨਹੀਂ। ਉਹ ਲੱਖੇ ਨੂੰ ਤੇ ਦੀਪ ਸਿੱਧੂ ਨੂੰ ਕਦੇ ਇਕੱਠਾ ਨਹੀਂ ਹੋਣ ਦੇਣਾ ਚਾਹੁੰਦੇ। ਉਹ ਤੁਸੀਂ ਉਹਨਾਂ ਦੇ ਬਿਆਨ ਵੀ ਸੁਣੇ। ਹੁੰਦਾ ਕੀ ਹੈ ਤੁਹਾਨੂੰ ਪਤਾ ਹੀ ਹੈ ਕਿ ਹਰ ਇੱਕ ਆਵਾਜ਼ ਜਿਹੜੀ ਪੰਜਾਬ ਦੇ ਵਿੱਚ ਹੈ ਜੇ ਉੱਠਦੀ ਹੈ ਤੁਹਾਨੂੰ ਟਾਈਮ ਤੋਂ ਪਹਿਲਾਂ ਹੀ ਦੱਬ ਲਿਆ ਜਾਂਦਾ। ਪਰ ਦੀਪ ਸਿੱਧੂ ਦਾ ਜਿਹੜਾ ਕੱਦ ਸੀ ਉਹ ਥੋੜਾ ਆਮ ਨੌਜਵਾਨਾਂ ਦੇ ਮੁਕਾਬਲੇ ਥੋੜਾ ਵੱਡਾ ਸੀ। ਉਹਨੂੰ ਪੰਜਾਬ ਸਟੇਟ ਹੱਥ ਨਹੀਂ ਪਾ ਸਕੀ ਕਿਉਂਕਿ ਉਹਦਾ ਕਿਰਦਾਰ ਹੀ ਇੰਨਾ ਸਾਫ ਸੁਥਰਾ ਸੀ। ਕੋਈ ਕੇਸ ਨਹੀਂ ਸੀ ਉਹਦੇ ਸਿਰ ਤੇ, ਕੋਈ ਵਾਇਓਲੇਸ਼ਨ ਉਹਨੇ ਨਹੀਂ ਸੀ ਕਦੇ ਕੋਈ ਕੀਤੀ ਹੋਈ, ਜਿਸ ਕਰਕੇ ਉਹ ਕਾਫੀ ਅੱਗੇ ਤੱਕ ਵੱਧਦਾ ਰਿਹਾ। ਉਹਨਾਂ ਕੋਲ ਕੋਈ ਰੀਜ਼ਨ ਨਹੀਂ ਸੀ ਉਹਨੂੰ ਰੋਕਣ ਦੇ ਲਈ। ਪਰ ਅਖੀਰ ਦੇ ਵਿੱਚ ਆ ਕੇ ਜਿੱਥੇ ਉਹਨੇ ਖਤਾ ਖਾਧੀ ਉਹ ਸੀ ਇਹਨਾਂ ਬੁੱਢੇ ਜਿਹੜੇ ਬਘਿਆੜਾਂ ਦੀ ਚਾਲਾਂ ਦੇ ਹੇਠ ਆਇਆ। ਸਰਕਾਰ ਦੇ ਨਾਲ ਮਿਲ ਕੇ ਉਹਦਾ ਇਹਨਾਂ ਨੇ ਇਹ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਜੇਲ੍ਹ ਦੇ ਵਿੱਚ ਸਟਾਇਆ, ਜੋ ਕਿ ਹੁਣ ਤੱਕ ਉਹ ਜੇਲ੍ਹ ਦੇ ਵਿੱਚ ਹੈ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਕੁਲਵਿੰਦਰ ਸਿੰਘ ਇੱਕ ਵਾਰ ਫਿਰ ਤੋਂ ਹਾਜ਼ਰ ਹੋਇਆ ਇਸ ਵੇਲੇ ਦੇ ਕੁਝ ਖਾਸ ਕੁਝ ਵੱਡੇ ਅਪਡੇਟ ਲੈ ਕੇ ਹੁਣ ਦੇ ਅਪਡੇਟਸ ਦੀ ਲੜੀ ਦੇ ਵਿੱਚ। ਦੋਸਤੋ ਅੱਜ ਦੇ ਅਪਡੇਟਸ ਦੀ ਲੜੀ ਦੇ ਵਿੱਚ ਤੁਹਾਡੇ ਲਈ ਜਿੱਥੇ ਕੁਝ ਖਾਸ ਕੁਝ ਲੇਟੈਸਟ ਅਪਡੇਟ ਨੇ ਉੱਥੇ ਕੁਝ ਹੈਰਾਨੀਜਨਕ ਸੱਚ ਵੀ ਸਾਹਮਣੇ ਆਇਆ ਜੋ ਕਿ ਤੁਸੀਂ ਅੱਜ ਦੇ ਅਪਡੇਟਸ ਦੀ ਲੜੀ ਦੇ ਵਿੱਚ ਹੀ ਦੇਖੋਗੇ। ਇਸ ਲਈ ਸਾਰੇ ਦੋਸਤਾਂ ਨੂੰ ਰਿਕੁਐਸਟ ਹੈ ਵੀਡੀਓ ਅਖੀਰ ਤੱਕ ਜ਼ਰੂਰ ਦੇਖਣਾ। ਤੇ ਨਾਲ ਹੀ ਦੋਸਤੋ ਅੱਜ ਦੇ ਅਪਡੇਟਸ ਦੀ ਲੜੀ ਦੇ ਵਿੱਚ ਤੁਸੀਂ ਦੇਖੋਗੇ ਲੱਖਾ ਸਿਧਾਣਾ ਜੋ ਕਿ ਲੰਮੇ ਸਮੇਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਤੇ ਸਾਹਮਣੇ ਆਏ ਨੇ ਤੇ ਕੁਝ ਵੱਡੇ ਖੁਲਾਸੇ ਕੀਤੇ ਨੇ, ਉੱਥੇ ਕੁਝ ਅਪੀਲਾਂ ਵੀ ਕੀਤੀਆਂ ਨੇ। ਉਹ ਵੀ ਵੀਡੀਓ ਤੁਸੀਂ ਅੱਜ ਦੇ ਅਪਡੇਟਸ ਦੀ ਲੜੀ ਦੇ ਵਿੱਚ ਹੀ ਦੇਖੋਗੇ। ਤੇ ਨਾਲ ਹੀ ਇੱਕ ਨੌਜਵਾਨ ਵੱਲੋਂ ਲੱਖਾ ਸਿਧਾਣਾ ਤੇ ਦੀਪ ਸਿੱਧੂ ਬਾਰੇ ਕੁਝ ਅਜਿਹੇ ਸੱਚ, ਕੁਝ ਅਜਿਹੇ ਅਣਸੁਣੇ ਅਣਦੇਖੇ ਸੱਚ ਸਾਹਮਣੇ ਲੈ ਕੇ ਆਉਂਦੇ ਨੇ ਜਿਨ੍ਹਾਂ ਬਾਰੇ ਜ਼ਿਆਦਾਤਰ ਲੋਕ ਜਾਣਦੇ ਨਹੀਂ ਹੋਣਗੇ। ਉੱਥੇ ਕੁਝ ਅਜਿਹੇ ਹੈਰਾਨੀਜਨਕ ਖੁਲਾਸੇ ਵੀ ਕੀਤੇ ਗਏ ਨੇ ਜਿਨ੍ਹਾਂ ਨੂੰ ਦੇਖ ਕੇ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ। ਸੋ ਤੁਸੀਂ ਅੱਜ ਦੇ ਅਪਡੇਟਸ ਦੀ ਲੜੀ ਦੇ ਵਿੱਚ ਇਹ ਸਾਰੇ ਅਪਡੇਟ, ਸਾਰੇ ਲਾਈਵ ਵੀਡੀਓਜ਼ ਦੇਖੋਗੇ। ਇਸ ਲਈ ਸਾਰੇ ਦੋਸਤਾਂ ਨੂੰ ਰਿਕੁਐਸਟ ਹੈ ਵੀਡੀਓ ਦੇ ਨਾਲ ਅਖੀਰ ਤੱਕ ਬਣੇ ਰਹਿਣਾ ਤੇ ਵੀਡੀਓ ਨੂੰ ਲਾਈਕ ਕਰਕੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹ ਵੀਡੀਓ ਹੋਰਾਂ ਤੱਕ ਵੀ ਪਹੁੰਚ ਸਕੇ। ਤੇ ਬਿਨਾਂ ਤੁਹਾਡਾ ਜ਼ਿਆਦਾ ਸਮਾਂ ਲਈ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੇ ਅਪਡੇਟਸ ਦੀ ਲੜੀ ਨੂੰ। ਤੇ ਸਭ ਤੋਂ ਪਹਿਲਾਂ ਤੁਹਾਨੂੰ ਲੈ ਚੱਲਦੇ ਹਾਂ ਇਸ ਨੌਜਵਾਨ ਦੀ ਲਾਈਵ ਵੀਡੀਓ ਵੱਲ ਜਿਨ੍ਹਾਂ ਨੇ ਕਿ ਆਪਣੇ ਸੋਸ਼ਲ ਮੀਡੀਆ ਤੇ ਆ ਕੇ ਕੁਝ ਅਜਿਹੇ ਖੁਲਾਸੇ ਕਰ ਦਿੱਤੇ ਨੇ ਕਿ ਜਿਹਨੂੰ ਸਾਹਮਣੇ ਆ ਕੇ ਦੱਸਣ ਦੀ ਹਿੰਮਤ ਹਰ ਕੋਈ ਨਹੀਂ ਕਰ ਸਕਦਾ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਵੇਲੇ ਸੋਸ਼ਲ ਮੀਡੀਆ ਤੇ ਵੀ ਕਾਫੀ ਜ਼ਿਆਦਾ ਨਜ਼ਰ ਰੱਖੀ ਜਾ ਰਹੀ ਹੈ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦੇ ਹੱਕ ਦੇ ਵਿੱਚ, ਉਹਨਾਂ ਦੇ ਖਿਲਾਫ ਅਤੇ ਉਹਨਾਂ ਦੇ ਜੋ ਵੀ ਹੁਣ ਤੱਕ ਘਟਨਾਕ੍ਰਮ ਕੀਤਾ ਗਿਆ ਉਸ ਦੇ
ਖਿਲਾਫ ਆਵਾਜ਼ ਚੁੱਕਣ ਵਾਲਿਆਂ ਨੂੰ ਦਬਾਇਆ ਜਾ ਰਿਹਾ ਹੈ, ਪਰ ਫਿਰ ਵੀ ਇਸ ਨੌਜਵਾਨ ਵੱਲੋਂ ਕੁਝ ਵੱਡੇ ਖੁਲਾਸੇ ਕੀਤੇ ਗਏ ਨੇ। ਇਸ ਲਈ ਤੁਸੀਂ ਇਹ ਵੀਡੀਓ ਸਾਰੀ ਅਖੀਰ ਤੱਕ ਜ਼ਰੂਰ ਦੇਖਣਾ। ਤੇ ਨਾਲ ਹੀ ਜੇਕਰ ਤੁਸੀਂ ਵੀ ਦੀਪ ਸਿੱਧੂ ਅਤੇ ਲੱਖਾ ਸਦਾਣਾ ਦੇ ਹੱਕ ਦੇ ਵਿੱਚ ਹੋ, ਤੁਹਾਨੂੰ ਲੱਗਦਾ ਕਿ ਦੀਪ ਸਿੱਧੂ ਅਤੇ ਲੱਖਾ ਸਦਾਣਾ ਆਪਣੀ ਜਗ੍ਹਾ ਤੇ ਸਹੀ ਨੇ, ਤਾਂ ਉਹਨਾਂ ਦੇ ਹੱਕ ਦੇ ਵਿੱਚ ਇੱਕ ਹੈਸ਼ਟੈਗ ਦੀ ਮੁਹਿੰਮ ਚੱਲ ਰਹੀ ਹੈ, ਯਾਨੀ ਕਿ #ਫ੍ਰੀ ਦੀਪ ਸਿੱਧੂ ਅਤੇ #ਵੀ ਸਪੋਰਟ ਲੱਖਾ ਸਦਾਣਾ। ਇਹਨਾਂ ਦੋਵੇਂ ਹੈਸ਼ਟੈਗਸ ਨੂੰ ਜ਼ਿਆਦਾ ਤੋਂ ਜ਼ਿਆਦਾ ਕਮੈਂਟਾਂ ਦੇ ਵਿੱਚ ਕਰਕੇ ਤੁਸੀਂ ਵੀ ਲੱਖਾ ਸਦਾਣਾ ਅਤੇ ਦੀਪ ਸਿੱਧੂ ਦੇ ਲਈ ਆਵਾਜ਼ ਬੁਲੰਦ ਕਰ ਸਕਦੇ ਹੋ। ਸੋ ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਇਸ ਨੌਜਵਾਨ ਦੀ ਵੀਡੀਓ ਵੱਲ ਅਤੇ ਦੇਖੋ ਕਿ ਉਹਨਾਂ ਨੇ ਕਿਹੜੇ ਵੱਡੇ ਖੁਲਾਸੇ ਤੇ ਕਿਹੜੇ ਨਵੇਂ ਸੱਚ ਸਾਹਮਣੇ ਲੈ ਕੇ ਆਂਦੇ ਨੇ। ਇਸ ਤੋਂ ਬਾਅਦ ਤੁਹਾਨੂੰ ਲੈ ਚੱਲਾਂਗੇ ਲੱਖਾ ਸਦਾਣਾ ਦੀ ਲਾਈਵ ਵੀਡੀਓ ਵੱਲ, ਇਸ ਲਈ ਤੁਸੀਂ ਲਗਾਤਾਰ ਵੀਡੀਓ ਦੇ ਨਾਲ ਜੁੜੇ ਰਹਿਣਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸ਼ਾਇਦ ਮੇਰਾ ਤੀਜਾ ਜਾਂ ਚੌਥਾ ਲਾਈਵ ਆ ਫੇਸਬੁੱਕ ਦਾ, ਜਦੋਂ ਦੀ ਮੈਂ ਫੇਸਬੁੱਕ ਚਲਾਉਣੀ ਸ਼ੁਰੂ ਕੀਤੀ ਹੈ। ਬਹੁਤੀਆਂ ਜਿਹੜੀਆਂ ਕਦੇ ਪੋਸਟਾਂ ਨਹੀਂ ਪਾਈਆਂ, ਕਦੇ ਸ਼ੇਅਰ ਨਹੀਂ ਕੀਤੀਆਂ, ਬਸ ਆਪਣੇ ਕੰਮ ਤੱਕ ਹੀ ਕੰਮ ਮਤਲਬ ਰੱਖਿਆ ਹਮੇਸ਼ਾ। ਪਰ ਜਦੋਂ ਦਾ ਕਿਸਾਨ ਅੰਦੋਲਨ ਦੇ ਨਾਲ ਅਸੀਂ ਜੁੜੇ ਹਾਂ, ਉਸ ਤੋਂ ਬਾਅਦ ਜਿਹੜੀਆਂ 26 ਦੀਆਂ ਘਟਨਾਵਾਂ ਹੋਈਆਂ, ਤਾਂ 27 ਤਰੀਕ ਤੋਂ 27 ਜਨਵਰੀ ਤੋਂ ਅਸੀਂ ਪੋਸਟਾਂ ਪਾਉਣੀਆਂ ਸ਼ੁਰੂ ਕੀਤੀਆਂ ਸੀ, ਜਦੋਂ ਕਿ ਸਾਨੂੰ ਲੱਗਿਆ ਕਿ ਕਿਤੇ ਨਾ ਕਿਤੇ ਕੁਛ ਗਲਤ ਹੋ ਰਿਹਾ। ਸੋ ਗੱਲ ਕਰਨ ਜਾ ਰਹੇ ਹਾਂ, ਮੁੱਦਾ ਉਹੀ ਹੈ ਜੀ, ਜਿੱਥੇ ਕਹਾਣੀ ਛੱਡੀ ਸੀ ਉੱਥੇ ਦੀ ਉੱਥੇ ਹੀ ਰੁਕੀ ਹੋਈ ਹੈ। ਗੱਲ ਹੈਗੀ ਆ ਦੀਪ ਸਿੱਧੂ ਦੇ ਕਿਰਦਾਰ ਦੀ, ਲੱਖੇ ਸਦਾਣੇ ਦੀ, ਕਿਸਾਨ ਅੰਦੋਲਨ ਦੀ, ਤੇ ਝੂਠੀ ਜਿਹੜੀ ਇੱਕ ਹਮਦਰਦੀ ਦਿਖਾਈ ਜਾ ਰਹੀ ਹੈ ਉਹਨਾਂ ਦੇ ਨਾਲ, ਵੀ ਇੱਕ ਝੂਠੀ ਏਕਤਾ ਦੀ ਜੇ ਆਪਾਂ ਗੱਲ ਕਰੀਏ ਜਿਹੜੇ ਕਿ ਇਹ ਕਿਸਾਨ ਲੀਡਰ ਕਰਦੇ ਆ, ਉਸੇ ਬਾਰੇ ਹੀ ਜਿਹੜੀ ਅੱਜ ਇਹ ਗੱਲ ਮੈਂ ਆਪਣੀ ਕਰਨੀ ਚਾਹੁੰਦਾ ਲਾਈਵ ਦੇ ਵਿੱਚ। ਦੀਪ ਸਿੱਧੂ ਨੂੰ ਦੀਪ ਸਿੱਧੂ ਕੋਈ ਮਾਮੇ ਜਾਂ ਮਾਸੀ ਦਾ ਮੁੰਡਾ ਨਹੀਂ, ਜਾਂ ਹੋਰਾਂ ਵੀ ਨੌਜਵਾਨਾਂ ਦਾ। ਉਹਨੂੰ ਸੁਣਨਾ ਅਸੀਂ ਸ਼ੁਰੂ ਕੀਤਾ ਸੀ ਕਰੋਨਾ ਕਾਲ ਦੇ ਵਿੱਚ, ਜਦੋਂ ਕਰੋਨਾ ਪੀਕ ਤੇ ਸੀ ਇੰਡੀਆ ਦੇ ਵਿੱਚ ਵੀ। ਉਹਨੇ ਆਪਣਾ ਘਰੇ ਬੈਠ ਕੇ ਬੋਲਣਾ ਸ਼ੁਰੂ ਕੀਤਾ, ਵੀਡੀਓ ਪਾਉਣੀਆਂ ਸ਼ੁਰੂ ਕੀਤੀਆਂ। ਉਹਨੇ ਬਹੁਤ ਥੋੜੇ ਸਮੇਂ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਉਹ ਇਤਿਹਾਸ ਜਾਂ ਉਹ ਕਿਤਾਬਾਂ ਦਾ ਨਿਚੋੜ ਕੱਢ ਕੇ ਨੌਜਵਾਨਾਂ ਦੇ ਸਾਹਮਣੇ ਰੱਖਿਆ, ਜਿਹੜੀਆਂ ਕਿ ਸਾਡੀਆਂ ਸੋ ਕਾਲਡ ਜਿਹੜੀਆਂ ਜਥੇਬੰਦੀਆਂ ਉਹ ਅੱਜ ਤੱਕ ਨਹੀਂ ਸੀ ਕਰ ਪਾਈਆਂ, ਸਿੱਖ ਜਥੇਬੰਦੀਆਂ। ਉਸ ਟਾਈਮ ਦੇ ਵਿੱਚ ਉਦੋਂ ਕਿਸਾਨ ਅੰਦੋਲਨ ਦਾ ਕੋਈ ਨਾਮ ਲੈਣਾ ਦੇਣਾ ਵੀ ਨਹੀਂ ਸੀ, ਜਦੋਂ ਦੀਪ ਸਿੱਧੂ ਨੇ ਬੋਲਣਾ ਸ਼ੁਰੂ ਕੀਤਾ ਸੀ ਕਰੋਨਾ ਕਾਲ ਦੇ ਟਾਈਮ ਦੇ ਵਿੱਚ। ਅਸੀਂ ਮੇਰੀ ਵਾਲ ਦੇ ਉੱਤੇ ਅਜੇ ਵੀ ਉਹਦੇ ਵੀਡੀਓ ਸ਼ੇਅਰ ਕੀਤੀਆਂ ਹੋਈਆਂ ਨੇ, ਜੋ ਕਿ ਉਹਨੇ ਬੋਲਿਆ। ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਬੰਦਾ ਤੁਹਾਡੇ ਲਈ ਕੁਝ ਕਰਨਾ ਚਾਹੁੰਦਾ ਹੋਵੇ ਉਹ ਤੁਹਾਨੂੰ ਆਪਣਾ ਛਾਤੀ ਪਾੜ ਕੇ ਦਿਲ ਕੱਢ ਕੇ ਬਾਹਰ ਕੋਈ ਦਿਖਾਵੇ ਵੀ ਮੈਂ ਕੀ ਦਰਦ ਲੈ ਕੇ ਇਸ ਦੇ ਵਿੱਚ ਬੈਠਾ, ਜਿਹੜਾ ਕਿ ਸਾਡੇ ਪੰਜਾਬ ਦੇ ਬਹੁਤੇ ਨੌਜਵਾਨਾਂ ਦਾ ਉਹ ਦਰਦ ਹੈ। ਤੇ ਬਹੁਤੇ ਸਾਡੇ ਜਿਹੜੇ ਆਗੂ ਹੁਣ ਤੱਕ ਰਹੇ ਆ, ਉਹ ਚੀਜ਼ ਉਹਨਾਂ ਕੋਲੇ ਉਹ ਸ਼ਬਦ ਨਹੀਂ ਸੀ, ਉਹਨਾਂ ਕੋਲੇ ਉਹ ਉਸ ਤਰ੍ਹਾਂ ਦਾ ਗਿਆਨ ਨਹੀਂ ਸੀ ਕਿ ਉਹ ਨੌਜਵਾਨੀ ਨੂੰ ਜੋੜ ਸਕਣ। 40 ਸਾਲ ਹੋ ਚੁੱਕੇ ਆ, ਬਹੁਤ ਜਥੇਬੰਦੀਆਂ ਦੇ ਬਹੁਤ ਆਗੂ ਆਏ, ਟਾਈਮ ਤੇ ਉਹ ਪਿੱਛੇ ਹਟਦੇ ਰਹੇ ਆਪਣੇ ਮਨੋਰਥਾਂ ਨੂੰ ਲੈ ਕੇ, ਚਾਹੇ ਉਹ ਪੰਥਕ ਆਗੂ ਹੋਣ ਜਾਂ ਹੋਰ ਜਥੇਬੰਦੀਆਂ ਦੇ ਆਗੂ ਹੋਣ। ਪੰਜਾਬ ਦਾ ਦਰਦ ਇਹੀ ਰਿਹਾ। ਦੀਪ ਸਿੱਧੂ ਨੇ ਬਹੁਤ ਥੋੜੇ ਸਮੇਂ ਦੇ ਵਿੱਚ ਜਿਹੜੀਆਂ ਕਿ ਇੱਕ ਮੇਨ ਜਿਹੜੇ ਸਾਡੇ ਪੰਜਾਬ ਦੇ ਮੁੱਦੇ ਆ ਉਹ ਨੌਜਵਾਨਾਂ ਦੇ ਸਾਹਮਣੇ ਰੱਖੇ। ਉਹ ਇੱਕ ਪਬਲਿਕ ਫਿਗਰ ਸੀ, ਨੌਜਵਾਨਾਂ ਨੂੰ ਉਹ ਪਸੰਦ ਆਇਆ ਤੇ ਨੌਜਵਾਨਾਂ ਨੇ ਉਹਨੂੰ ਫੋਲੋ ਕੀਤਾ, ਤੇ ਨੌਜਵਾਨ ਉਹਦੇ ਨਾਲ ਬਹੁਤ ਤੇਜ਼ੀ ਦੇ ਨਾਲ ਜੁੜਦੇ ਗਏ। ਜਿਵੇਂ ਜਿਵੇਂ ਦੀਪ ਸਿੱਧੂ ਦਾ ਕੱਦ ਨੌਜਵਾਨਾਂ ਦੇ ਵਿੱਚ ਵੱਡਾ ਹੁੰਦਾ ਗਿਆ, ਸਮੇਂ ਤੇ ਕਲਾਕਾਰ, ਕੁਝ ਵਕੀਲ, ਬੀਬੀ ਵੀ ਇੱਕ ਉਹਦੇ ਨਾਲ ਜੁੜੀ, ਬਹੁਤ ਲੋਕ ਉਹਦੇ ਨਾਲ ਜੁੜਦੇ ਗਏ। ਪਰ ਟਾਈਮ ਤੇ ਉਹ ਲੋਕ ਪਿੱਛੇ ਹਟੇ ਨਹੀਂ। ਉਹ ਦੀਪ ਸਿੱਧੂ ਨੇ ਉਹਨਾਂ ਤੋਂ ਆਪ ਹੀ ਕਿਨਾਰਾ ਕਰ ਲਿਆ, ਕਿਉਂਕਿ ਉਸਦਾ ਮਨੋਰਥ, ਉਸਦਾ ਟੀਚਾ ਕੁਝ ਵੱਖਰਾ ਸੀ। ਉਹੀ ਲੋਕਾਂ ਨੇ ਬਾਅਦ ਵਿੱਚ ਉਹਨੂੰ ਭੰਡਣਾ ਸ਼ੁਰੂ ਕਰ ਦਿੱਤਾ, ਚਾਹੇ ਉਹ ਕਲਾਕਾਰ ਹੋਣ, ਜਿਹੜਾ ਜਿਹਨੂੰ ਤੁਸੀਂ ਸਾਰੇ ਅੱਜ ਕੱਲ੍ਹ ਦੁੱਕੀ ਦਾ ਕਲਾਕਾਰ ਵੀ ਕਹਿੰਦੇ ਹੋ, ਜਾਂ ਜਿਹੜੀ ਉਹ ਬੀਬੀ ਜਿਹਨੇ ਕਾਫੀ ਆਪਣੀ ਪ੍ਰਚਾਰਿਆ ਆਪਣੀ ਵੀਡੀਓ ਦੇ ਵਿੱਚ ਕਿ ਮੈਂ ਆਪਣੀ ਲਗਜ਼ਰੀ ਜ਼ਿੰਦਗੀ ਛੱਡ ਕੇ ਕਿਸਾਨ ਅੰਦੋਲਨ ਦੇ ਲੇਖੇ ਲਾਈ ਹੈ, ਉਸ ਬੀਬੀ ਦੀ ਵੀ ਜੇ ਮੈਂ ਗੱਲ ਕਰਾਂ, ਬਹੁਤ ਲੋਕ ਨੇ, ਬਹੁਤ ਟਾਈਮ ਤੇ ਕਲਾਕਾਰ ਉਸ ਦੇ ਨਾਲ ਸ਼ੰਭੂ ਮੋਰਚੇ 'ਚ ਵੀ ਆਏ। ਕੁਝ ਲੋਕ ਸੀ ਜਿਹੜੇ ਆਪਣੇ ਇੱਕ ਮਨੋਰਥ ਨੂੰ, ਇੱਕ ਵੱਖਰੀ ਸੋਚ ਨੂੰ ਲੈ ਕੇ ਆਏ ਵੀ ਅਸੀਂ ਦੀਪ ਸਿੱਧੂ ਦੇ ਸਹਾਰੇ ਨਾਲ ਸ਼ਾਇਦ ਕੋਈ ਪਾਰਟੀ ਕੱਢ ਲਈਏ ਜਾਂ ਉੱਥੋਂ ਕੋਈ ਹੋਰ ਸਿਆਸੀ ਲਾਹਾ ਲੈ ਸਕੀਏ। ਉਹ ਆਏ, ਟਾਈਮ ਤੇ ਉਹ ਪਿੱਛੇ ਹਟਦੇ ਰਹੇ, ਤੇ ਅੰਤ ਦੇ ਵਿੱਚ ਆ ਕੇ ਉਹਨਾਂ ਨੇ ਉਹਨੂੰ ਭੰਡਣਾ ਸ਼ੁਰੂ ਕਰ ਦਿੱਤਾ। ਦੀਪ ਸਿੱਧੂ ਨੇ ਜਦੋਂ ਬੋਲਣਾ ਸ਼ੁਰੂ ਕੀਤਾ ਸੀ ਕਰੋਨਾ ਕਾਲ ਦੇ ਟਾਈਮ ਦੇ ਵਿੱਚ, ਉਸ ਟਾਈਮ ਤੇ ਵੀ ਲੋਕਾਂ ਨੇ ਉਹਨੂੰ ਭੰਡਿਆ ਸੀ, ਪਰ ਉਹ ਲੋਕ ਕਿਸਾਨ ਆਗੂ ਨਹੀਂ ਸੀ ਉਸ ਟਾਈਮ ਤੇ, ਉਸ ਟਾਈਮ ਸੀ ਪੰਥਕ ਆਗੂ, ਕਿਉਂਕਿ ਉਹ ਗੱਲ ਇੱਕ ਪੰਜਾਬ ਦੇ ਮੁੱਦਿਆਂ ਦੇ ਨਾਲ ਪੰਥਕ ਗੱਲਾਂ ਵੀ ਕਰਦਾ ਸੀ। ਉਸ ਟਾਈਮ ਤੇ ਭੰਡਣਾ ਸ਼ੁਰੂ ਕੀਤਾ ਸੀ ਪੰਥਕ ਪਾਰਟੀਆਂ ਨੇ, ਜਿਹੜੀਆਂ ਕਿ ਅੱਜ ਵੀ ਭੰਡ ਰਹੀਆਂ ਨੇ, ਚਾਹੇ ਉਹ ਕੈਲੰਡਰ ਵਾਲੀ ਪਾਰਟੀ ਹੋਵੇ ਜਾਂ ਹੋਰ ਪਾਰਟੀਆਂ ਵੀ ਹੋਣ, ਜਿਹੜੇ ਕਿ ਅੰਦਰ ਖਾਤੇ ਨਹੀਂ ਸੀ ਚਾਹੁੰਦੀਆਂ
ਕਿ ਪੰਜਾਬ ਦੀ ਨੌਜਵਾਨੀ ਜਾਗੇ, ਉਹਨਾਂ ਦੀਆਂ ਦੁਕਾਨਾਂ ਬੰਦ ਹੋਣ। ਇਹ ਸਿੱਖ ਪੰਥਕ ਪਾਰਟੀਆਂ ਵੀ ਦੀਪ ਸਿੱਧੂ ਨੂੰ ਅੰਦਰੋਂ ਅੰਦਰੀ ਭੰਡਦੀਆਂ ਰਹੀਆਂ ਹੁਣ ਤੱਕ, ਇਹ ਹੁਣ ਵੀ ਭੰਡ ਰਹੀਆਂ ਨੇ, ਜਿਨ੍ਹਾਂ ਨੇ ਕਿ ਅਜੇ ਤੱਕ ਖੁੱਲ੍ਹ ਕੇ ਉਹਦੀ ਸਪੋਰਟ ਵੀ ਨਹੀਂ ਕੀਤੀ। ਜੇ ਕਿਸਾਨ ਆਗੂਆਂ ਨੂੰ ਲੱਗਦਾ ਹੈ ਕਿ ਦੀਪ ਸਿੱਧੂ ਕਿਸਾਨ ਅੰਦੋਲਨ ਦੇ ਲਈ ਖਤਰਨਾਕ ਹੈ, ਵੀ ਉਹ ਇੱਕ ਧਰਮ ਦੀ ਗੱਲ ਕਰਦਾ ਹੈ, ਤਾਂ ਜਿਹੜੇ ਧਰਮ ਦੀ ਗੱਲ ਕਰਨ ਵਾਲੇ ਨੇ ਉਹ ਵੀ ਉਹਦੇ ਹੱਕ ਵਿੱਚ ਕਿਉਂ ਨਹੀਂ ਖੜਦੇ? ਕਿ ਖਤਰਾ ਉਹਨਾਂ ਨੂੰ ਵੀ ਹੈ, ਰਾਜਸੀ ਪਾਰਟੀਆਂ ਨੂੰ ਵੀ ਖਤਰਾ ਸੀ। ਲੱਖੇ ਤੋਂ ਦੀਪ ਸਿਧਾਣੇ ਤੋਂ ਗੱਲ ਉੱਥੇ ਦੀ ਉੱਥੇ ਖੜੀ ਹੈ, ਤੇ ਕਿਸਾਨ ਆਗੂਆਂ ਨੂੰ ਵੀ ਖਤਰਾ ਹੈ। ਖਤਰਾ ਹੈ ਸਿਰਫ ਚੌਧਰ ਦਾ, ਖਤਰਾ ਹੈ ਬੁੱਢੀ ਲੀਡਰਸ਼ਿਪ ਦੇ ਹੱਥੋਂ ਨੌਜਵਾਨੀ ਦੇ ਹੱਥ ਵਾਂਗ ਡੋਰ ਜਾਣ ਦਾ। ਇਹ ਇੱਕ ਖਤਰਾ ਹੈ, ਹੋਰ ਇਸ ਤੋਂ ਇਲਾਵਾ ਦੂਜੀ ਕੋਈ ਗੱਲ ਨਹੀਂ। ਉਹ ਲੱਖੇ ਨੂੰ ਤੇ ਦੀਪ ਸਿੱਧੂ ਨੂੰ ਕਦੇ ਇਕੱਠਾ ਨਹੀਂ ਹੋਣ ਦੇਣਾ ਚਾਹੁੰਦੇ। ਉਹ ਤੁਸੀਂ ਉਹਨਾਂ ਦੇ ਬਿਆਨ ਵੀ ਸੁਣੇ ਹੈ। ਹੁਣ ਗੱਲ ਕਰਦੇ ਹਾਂ ਕਿ ਦੀਪ ਸਿੱਧੂ ਦੇ ਅੰਦਰ ਇਹੋ ਜਿਹੀ ਕਿਹੜੀ ਅੱਗ ਹੈ ਵੀ ਜਿਹੜਾ ਉਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਇਆ, ਇਸ ਤਰੀਕੇ ਨਾਲ ਆਇਆ ਆਪਣੀ ਜ਼ਿੰਦਗੀ ਨੂੰ ਛੱਡ ਕੇ। ਇਹ ਦਰਦ ਬਹੁਤੇ ਨੌਜਵਾਨਾਂ ਦਾ ਆ, ਪਰ ਹੁੰਦਾ ਕੀ ਹੈ ਤੁਹਾਨੂੰ ਪਤਾ ਹੀ ਹੈ ਕਿ ਹਰ ਇੱਕ ਆਵਾਜ਼ ਜਿਹੜੀ ਪੰਜਾਬ ਦੇ ਵਿੱਚ ਹੈ ਜੇ ਉੱਠਦੀ ਹੈ ਤਾਂ ਉਹਨੂੰ ਟਾਈਮ ਤੋਂ ਪਹਿਲਾਂ ਹੀ ਦੱਬ ਲਿਆ ਜਾਂਦਾ। ਪਰ ਦੀਪ ਸਿੱਧੂ ਦਾ ਜਿਹੜਾ ਕੱਦ ਸੀ ਉਹ ਥੋੜਾ ਆਮ ਨੌਜਵਾਨਾਂ ਦੇ ਮੁਕਾਬਲੇ ਥੋੜਾ ਵੱਡਾ ਸੀ। ਉਹਨੂੰ ਪੰਜਾਬ ਸਟੇਟ ਹੱਥ ਨਹੀਂ ਪਾ ਸਕੀ ਕਿਉਂਕਿ ਉਹਦਾ ਕਿਰਦਾਰ ਹੀ ਇੰਨਾ ਸਾਫ਼ ਸੁਥਰਾ ਸੀ, ਕੋਈ ਕੇਸ ਨਹੀਂ ਸੀ ਉਹਦੇ ਸਿਰ ਤੇ, ਕੋਈ ਵਾਇਓਲੇਸ਼ਨ ਉਹਨੇ ਨਹੀਂ ਸੀ ਕਦੇ ਕੋਈ ਕੀਤੀ ਹੋਈ, ਜਿਸ ਕਰਕੇ ਉਹ ਕਾਫੀ ਅੱਗੇ ਤੱਕ ਵੱਧਦਾ ਰਿਹਾ। ਉਹਨਾਂ ਕੋਲ ਕੋਈ ਰੀਜ਼ਨ ਨਹੀਂ ਸੀ ਉਹਨੂੰ ਰੋਕਣ ਦੇ ਲਈ। ਪਰ ਅਖੀਰ ਦੇ ਵਿੱਚ ਆ ਕੇ ਜਿੱਥੇ ਉਹਨੇ ਖਤਾ ਖਾਧੀ ਉਹ ਸੀ ਇਹਨਾਂ ਬੁੱਢੇ ਜਿਹੜੇ ਬਘਿਆੜਾਂ ਦੀ ਚਾਲਾਂ ਦੇ ਹੇਠ ਆਇਆ। ਸਰਕਾਰ ਦੇ ਨਾਲ ਮਿਲ ਕੇ ਉਹਦਾ ਇਹਨਾਂ ਨੇ ਇਹ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਜੇਲ੍ਹ ਦੇ ਵਿੱਚ ਸਟਾਇਆ, ਜੋ ਕਿ ਹੁਣ ਤੱਕ ਉਹ ਜੇਲ੍ਹ ਦੇ ਵਿੱਚ ਹੈ। ਹੁਣ ਤੱਕ ਤੁਸੀਂ ਜਿਹੜੇ ਫੇਕ ਆਈਡੀਆਂ ਵਾਲੇ ਜਾਂ ਜਿਹੜੇ ਕਿਸਾਨ ਏਕਤਾ IT ਸੈੱਲ ਵਾਲੇ ਸੀ, ਜਿਹੜੇ ਦੀਪ ਸਿੱਧੂ ਦੇ ਲੱਖੇ ਸਿਧਾਣੇ ਦੇ ਹੀ ਪਿੱਛੇ ਪਏ ਹੋਏ ਸੀਗੇ, ਉਹਨੂੰ ਹੁਣ ਤੱਕ RSS ਦਾ ਬੰਦਾ, BJP ਦਾ ਪਲਾਂਟਡ ਬੰਦਾ ਕਹਿੰਦੇ ਰਹੇ। ਮੈਂ ਉਹਨਾਂ ਨੂੰ ਹੁਣ ਤੱਕ ਪੁੱਛਣਾ ਚਾਹੁੰਦਾ, ਜਦੋਂ ਦੀ ਬੇਲ ਹੋਣ ਤੋਂ ਬਾਅਦ ਦੁਬਾਰਾ ਵੀ ਉਹਦੇ ਉੱਤੇ ਪਰਚਾ ਪਾ ਕੇ ਉਹਨੂੰ ਜੇਲ੍ਹ ਦੇ ਵਿੱਚ ਸੁੱਟਿਆ ਗਿਆ, ਤਾਂ ਹਜੇ ਵੀ ਤੁਹਾਨੂੰ ਕੋਈ ਉਹਦੇ ਵੱਲੋਂ ਸਰਟੀਫਿਕੇਟ ਦੀ ਜ਼ਰੂਰਤ ਹੈ? ਸਭ ਤੋਂ ਵੱਧ ਜੇ ਦੀਪ ਸਿੱਧੂ ਨੂੰ ਭੰਡਿਆ ਤਾਂ ਉਹ ਕਿਸਾਨ ਏਕਤਾ ਦੇ IT ਸੈੱਲ ਨੇ ਭੰਡਿਆ, ਜਿਹੜਾ ਬਣਿਆ ਕਿਸਾਨਾਂ ਦੀ ਸਪੋਰਟ ਦੇ ਲਈ ਸੀ, ਪਰ ਸਭ ਤੋਂ ਵੱਧ ਜਿਹੜਾ ਉਹਨੇ ਲੱਖੇ ਤੇ ਦੀਪ ਸਿਧਾਣੇ ਦੇ ਅਗੇਂਸਟ ਭੁਗਤਿਆ ਕਿਸਾਨ ਏਕਤਾ IT ਸੈੱਲ ਸੀ ਜਿਹੜਾ ਇਹਨਾਂ ਦਾ। ਦੂਜੀ ਗੱਲ ਕਰਦੇ ਆ, ਇਹਨਾਂ ਨੇ ਫਿਰ ਪੇਸ਼ ਕਰ ਦਿੱਤੀ ਅੱਗੇ ਲਿਆ ਕੇ ਰੰਗੀਨ ਬੀਬੀ ਸੋਨੀਆ ਮਾਨ, ਜਿਹੜੇ ਕਿ 26 ਤੋਂ ਬਾਅਦ ਉਹਨੇ ਇੰਨਾ ਜ਼ਹਿਰ ਉਗਲਿਆ। ਇੱਕ ਵਕੀਲ ਬੀਬੀ ਨੇ, ਇੱਕ ਉਹ ਦੁੱਕੀ ਦਾ ਕਲਾਕਾਰ, 3-4 ਜਿਹੜੇ ਰਲੇ ਸੀ, ਬਹੁਤ ਜ਼ਹਿਰ ਉਗਲਿਆ ਉਹਨਾਂ ਨੇ ਦੀਪ ਸਿੱਧੂ ਦੇ ਖਿਲਾਫ। ਇਹਨੇ ਕਿਸਾਨ ਅੰਦੋਲਨ ਇਸ ਤਰ੍ਹਾਂ ਕਰ ਦਿੱਤਾ, ਇਹਨੇ ਕਿਸਾਨ ਅੰਦੋਲਨ ਇਸ ਤਰ੍ਹਾਂ ਕਰਤਾ। ਦੀਪ ਸਿੱਧੂ ਨੂੰ ਕਿਸਾਨ ਅੰਦੋਲਨ ਤੋਂ ਬਾਹਰ ਹੋਏ 3 ਮਹੀਨੇ ਦੇ ਤਕਰੀਬਨ ਹੋ ਚੱਲੇ ਆ, ਲੱਖੇ ਸਿਧਾਣੇ ਨੂੰ ਵੀ। ਉਸ ਤੋਂ ਬਾਅਦ ਦੀਆਂ ਤੁਹਾਡੀਆਂ ਕੀ ਪ੍ਰਾਪਤੀਆਂ? ਤੁਸੀਂ ਬਹੁਤ ਲਾਈਵ ਹੋਏ, ਤੁਸੀਂ ਬਹੁਤ ਰੈਲੀਆਂ ਕਰ ਲਈਆਂ, ਪ੍ਰਾਪਤੀ ਕੀ ਹੈ? ਤੁਹਾਡੇ ਨਾਲ ਮੰਤਰੀ ਨੇ ਕਿਸੇ ਨੇ ਮੀਟਿੰਗ ਦੇ ਲਈ ਤੁਹਾਨੂੰ ਬੁਲਾਇਆ, ਤੁਸੀਂ ਲੱਖਾਂ ਕਰੋੜਾਂ ਰੁਪਈਆ ਆਪਣਾ ਵੇਸਟ ਕਰ ਰਹੇ ਹੋ। ਤੁਸੀਂ ਪੰਜਾਬ ਦੇ ਆਮ ਕਿਸਾਨਾਂ ਦਾ ਰੈਲੀਆਂ ਕਰ ਰਹੇ ਹੋ, ਤੁਸੀਂ ਪੰਜਾਬ ਦੇ ਵਿੱਚ ਜਾ ਕੇ ਰੈਲੀਆਂ ਕਰ ਰਹੇ ਹੋ ਉਹਨਾਂ ਲੋਕਾਂ ਨੂੰ ਪ੍ਰਮੋਟ ਕਰਨ ਦੇ ਲਈ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਦਾ ਘਾਣ ਕੀਤਾ। ਬਲਦੇਵ ਮਾਨ ਦੀ ਤੁਸੀਂ ਬਰਸੀ ਮਨਾ ਰਹੇ ਹੋ, ਉਹਨੂੰ ਕੁੱਤਾ ਨਹੀਂ ਕੋਈ ਜਾਣਦਾ ਪੰਜਾਬ ਦੇ ਵਿੱਚ। ਕੌਣ ਹੈ ਬਲਦੇਵ ਮਾਨ? ਉਹਦੀ ਰੁਲਦਾ ਸਿੰਘ ਜਿਹੜਾ ਕਿਸਾਨ ਲੀਡਰ ਹੈ, ਉਹਦੀ ਬੁੱਕ ਰਿਲੀਜ਼ ਕਰ ਰਿਹਾ, ਜਿਹੜੀ ਕਿ ਡਸਟਬਿਨ ਦੇ ਵਿੱਚ ਪਤਾ ਨਹੀਂ ਕਿੱਥੇ ਕਿਤੇ ਪੁਰਾਣੀਆਂ ਪਈਆਂ ਨੇ। ਉਹ ਕਿਤਾਬ ਰਿਲੀਜ਼ ਕਰ ਰਿਹਾ ਕਿ ਇਹਨਾਂ ਦੀ ਬਹੁਤ ਵੱਡੀ ਦੇਣ ਆ, ਦੇਣ ਹੈਗੀ ਆ ਉਹਦੀ। ਉਹਨੇ ਘਾਣ ਕਰਵਾਇਆ ਪੰਜਾਬ ਦੇ ਵਿੱਚ ਨੌਜਵਾਨੀ ਦਾ, ਸਰਕਾਰ ਦੇ, ਮੌਜੂਦਾ ਸਰਕਾਰ ਦੇ ਨਾਲ ਮਿਲ ਕੇ। ਜਿਹੜੇ ਤੁਹਾਡੇ 40-40 ਸਾਲ ਦੇ ਤੁਹਾਡੇ ਤਜਰਬੇ ਨੇ ਨਾ, ਜਿਹੜਾ ਤੁਸੀਂ ਹਰ ਥਾਂ ਤੇ ਰੋਂਦੇ ਹੋ ਵੀ ਸਾਡੇ 40-40 ਸਾਲ ਦਾ ਤਜਰਬਾ ਸੀ, ਅੰਦੋਲਨ ਖੜੇ ਕੀਤੇ ਆ, ਉਹ 40 ਸਾਲ ਦੇ ਤਜਰਬੇ ਤੁਹਾਡੇ ਰਾਜਸੀ ਪਾਰਟੀਆਂ ਦੇ ਨਾਲ ਮਿਲ ਕੇ ਜਿਹੜੇ ਤੁਸੀਂ ਆਪਣੇ ਕਾਰਨਾਮੇ ਕੀਤੇ ਆ ਨਾ, ਆਪਣੇ ਜਿਹੜੇ ਮਹਿਲ ਖੜੇ ਕੀਤੇ ਆ, ਉਹ ਤਜਰਬੇ ਨੇ ਤੁਹਾਡੇ। ਤਜਰਬਾ ਤੁਹਾਡਾ ਇਹ ਨਹੀਂ ਸੀ ਵੀ ਆਪ ਮੁਹਾਰੀ ਨੌਜਵਾਨੀ ਦਿੱਲੀ ਦੇ ਬਰੂਹਾਂ ਤੱਕ ਤੁਹਾਨੂੰ ਲੈ ਕੇ ਚਲੇਗੀ, ਤੁਸੀਂ ਉਹਨੂੰ ਕੰਟਰੋਲ ਕਰ ਸਕੋ ਏਡੇ ਵੱਡੇ ਇਕੱਠ ਨੂੰ। ਇਹ ਤੁਹਾਡੀ ਔਕਾਤ ਨਹੀਂ ਸੀ। ਤੁਸੀਂ ਉਹੀ ਚਾਹੁੰਦੇ ਹੋ, ਤੁਸੀਂ ਦਿੱਲੀ ਤੋਂ ਮੋਰਚਾ ਹਟਾ ਕੇ SDM ਤੇ DC ਦੇ ਦਫ਼ਤਰਾਂ ਮੂਹਰੇ ਹੀ ਸੀਮਤ ਇਹਨੂੰ ਰੱਖਣਾ ਚਾਹੁੰਦੇ। ਇਹੀ ਤੁਹਾਡੀ ਔਕਾਤ ਹੈ। ਤੁਹਾਡੇ ਕੋਲੇ ਇਕੱਠ ਨਹੀਂ ਸੰਭਾਲੇ ਜਾਂਦੇ। ਜਦੋਂ ਗੱਲ ਕੋਈ ਕਿਤੇ ਵੀ ਗੱਲ ਕਰੀਦੀ ਹੈ, ਕੋਈ ਗੱਲ ਸਿੱਖ ਧਰਮ ਦੇ ਨਾਲ ਜੁੜੀ ਕੋਈ ਗੱਲ ਆ ਜਾਂਦੀ ਹੈ, ਇਹਨਾਂ ਨੂੰ ਪਤਾ ਨਹੀਂ ਕੀ, ਇਹਨਾਂ ਨੂੰ ਚਮੂਣੇ ਲੜਨੇ ਸ਼ੁਰੂ ਹੋ ਜਾਂਦੇ ਆ। ਕਿਵੇਂ ਵੱਖ ਕਰ ਦਈਏ ਅਸੀਂ ਆਪਣੇ ਧਰਮ ਨੂੰ ਕਿਰਸਾਨੀ ਤੋਂ? ਸਾਡਾ ਧਰਮ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੁੰਦਾ। ਕਿਰਸਾਨੀ, ਸਾਨੂੰ ਕਿਰਤ ਕਰਨ ਦਾ ਸੰਦੇਸ਼ ਵੀ ਉਹਨਾਂ ਨੇ ਹੀ ਦਿੱਤਾ। ਸਾਡੀਆਂ ਦੋਨੋਂ ਚੀਜ਼ਾਂ ਜਿਹੜੀਆਂ ਨੇ ਸਾਡੇ ਗੁਰੂ ਪਾਤਸ਼ਾਹ ਤੋਂ ਹੀ ਸ਼ੁਰੂ ਹੁੰਦੀਆਂ ਨੇ। ਪਰ ਇਹ ਚਾਹੁੰਦੇ ਨੇ, ਜਦੋਂ ਇਹਨਾਂ ਨੇ
ਧਰਮ ਦੇ ਖਿਲਾਫ ਜ਼ਹਿਰ ਉਗਲਣਾ ਹੁੰਦਾ ਤਾਂ ਇਹਨਾਂ ਦੇ ਜਿਹੜੇ ਸਿਰੀ ਸਾਹਿਬ ਪਾਏ ਹੁੰਦੇ ਨੇ ਉਹ ਕੁੜਤਿਆਂ ਦੇ ਥੱਲੇ ਹੁੰਦੇ ਆ ਜਦੋਂ ਇਹਨੇ ਜ਼ਹਿਰ ਉਗਲਣਾ ਹੁੰਦਾ। ਪਰ ਜਦੋਂ ਹੀ ਆਪਣੇ ਆਪ ਨੂੰ ਪੰਥਕ ਦੱਸਣ ਦੀ ਕੋਸ਼ਿਸ਼ ਕਰਦੇ ਆ, ਨਹੀਂ ਅਸੀਂ ਤਾਂ ਸਿੱਖ ਧਰਮ ਦੇ ਹਮਦਰਦੀ ਆ, ਅਸੀਂ ਉਹਨਾਂ ਸਿੱਖ ਧਰਮ ਤੋਂ ਕਿਵੇਂ ਅਸੀਂ ਵੱਖ ਆ, ਤਾਂ ਉਦੋਂ ਇਹਨਾਂ ਦੇ ਸਿਰੀ ਸਾਹਿਬ ਇਹਨਾਂ ਦੇ ਉੱਪਰ ਦੀ ਪਾਏ ਹੁੰਦੇ ਨੇ। ਇਹ ਤੁਹਾਡੀਆਂ ਕਰਤੂਤਾਂ ਨੇ ਹੁਣ ਤੱਕ ਦੀਆਂ। ਪੰਜਾਬ ਦੇ ਵਿੱਚ ਰੈਲੀਆਂ ਕਰਨ ਨਾਲ ਜਿਹੜੀਆਂ ਤੁਸੀਂ 4-4 ਘੰਟੇ ਰੇਲਾਂ ਰੋਕ ਕੇ ਪੰਜਾਬ ਦੇ ਆਮ ਕਿਸਾਨਾਂ ਦਾ ਲੱਖਾਂ ਕਰੋੜਾਂ ਦਾ ਨੁਕਸਾਨ ਕਰ ਰਹੇ ਹੋ, ਉਹਦਾ ਫਾਇਦਾ ਕਿਸਾਨ ਅੰਦੋਲਨ ਨੂੰ ਦਿੱਲੀ ਦੇ ਵਿੱਚ ਕੀ ਮਿਲੂਗਾ? ਕੋਈ ਜਵਾਬ ਨਹੀਂ ਦੇ ਹੁੰਦਾ ਤਾਂ ਫੇਕ ਆਈਡੀਆਂ ਤੋਂ ਆ ਕੇ ਤੁਸੀਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਹੋ, ਗੰਦੇ ਕਮੈਂਟ ਕਰਨਾ ਸ਼ੁਰੂ ਕਰ ਦਿੰਦੇ। ਤੁਹਾਡਾ ਜਿਹੜਾ 15-20 ਜਣਿਆਂ ਦਾ ਗਰੁੱਪ ਬਣਾਇਆ ਹੋਇਆ, ਤੁਹਾਡੇ ਕਾਮਰੇਡ ਜਿਹੜਾ ਗਰੁੱਪ ਬਣਿਆ ਹੈ ਨਾ, ਪਤਾ ਸਾਨੂੰ ਸਭ ਨੂੰ ਹੈ, ਸਾਨੂੰ ਇਹ, ਪਰ ਅਸੀਂ ਉਸ ਲੈਵਲ ਤੱਕ ਦੀ ਗੰਦੀ ਸ਼ਬਦਾਵਲੀ ਨਹੀਂ ਵਰਤ ਸਕਦੇ, ਨਾ ਸਾਨੂੰ ਸਾਡਾ ਧਰਮ ਇਜਾਜ਼ਤ ਦਿੰਦਾ। ਅਸੀਂ ਦੀਪ ਸਿੱਧੂ ਦੇ ਹੱਕ ਵਿੱਚ ਖੜੇ ਹਾਂ ਤਾਂ ਕਦੇ ਉਹਨੇ ਵੀ ਇਹੋ ਜਿਹੀ ਸ਼ਬਦਾਵਲੀ ਨਾ ਕਦੇ ਵਰਤੀ ਹੈ ਤਾਂ ਨਾ ਉਹ ਸ਼ਾਇਦ ਅੱਗੇ ਕਦੇ ਵਰਤੂਗਾ। ਜੀ ਗੱਲ ਤੁਹਾਡੇ ਨਾਲ ਮੈਂ ਹੋਰ ਕਰਨੀ ਚਾਹੁੰਦਾ, ਜਿਹੜੇ ਆ ਕਲਾਕਾਰ ਸੀਗੇ, ਜਦੋਂ ਦੀਪ ਸਿੱਧੂ ਤੇ ਲੱਖਾ ਸਰਗਰਮ ਸੀ ਉਦੋਂ ਕਲਾਕਾਰ ਵੀ ਸਾਰੇ ਸਰਗਰਮ ਸੀਗੇ। ਹੁਣ ਦੀਪ ਸਿੱਧੂ ਤੇ ਲੱਖਾ ਕਿਸਾਨ ਅੰਦੋਲਨ ਦੇ ਵਿੱਚ ਨਹੀਂ ਹੈ ਤੇ ਉਹ ਕਲਾਕਾਰ ਭਰਾ ਜਿਹੜੇ ਉਸ ਟਾਈਮ ਦੀਪ ਸਿੱਧੂ ਤੋਂ ਪਿੱਛੇ ਹਟੇ ਸੀ, ਲੱਖੇ ਤੋਂ ਵੀ ਪਿੱਛੇ ਹਟੇ ਸੀ, ਉਹ ਅੱਜ ਕੱਲ੍ਹ ਕਿਉਂ ਅੰਦੋਲਨ ਦੇ ਵਿੱਚ ਨਹੀਂ ਜਾ ਰਹੇ, ਉਹਨੂੰ ਪ੍ਰਮੋਟ ਕਿਉਂ ਨਹੀਂ ਕਰ ਰਹੇ? ਜੇ ਤੁਹਾਨੂੰ ਕੁਝ ਕਿਸਾਨ ਅੰਦੋਲਨ ਦੇ ਵਿੱਚ ਕਮੀਆਂ ਲੱਗਦੀਆਂ ਤਾਂ ਤੁਸੀਂ ਖੁੱਲ੍ਹ ਕੇ ਕਿਉਂ ਨਹੀਂ ਬੋਲ ਰਹੇ? ਚਾਹੇ ਉਹ ਕੰਵਰ ਗਰੇਵਾਲ ਹੋਵੇ, ਥੋੜ੍ਹੇ ਟਾਈਮ ਉਹਨੇ ਬਹੁਤ ਆਪਣੇ ਆਪ ਨੂੰ ਹਮਦਰਦੀ ਦਿਖਾਉਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਨਹੀਂ ਨੌਜਵਾਨਾਂ ਨੂੰ ਨਾਲ ਲੈ ਕੇ ਚੱਲਾਂਗੇ, ਅਸੀਂ ਇਕੱਠੇ ਕਰਾਂਗੇ, ਤਾਂ ਬਾਅਦ ਵਿੱਚ ਸਿੱਟਾ ਕੀ ਨਿਕਲਿਆ? ਕੋਈ ਸਿੱਟਾ ਨਹੀਂ ਸੀ ਨਿਕਲਿਆ ਉਸ ਚੀਜ਼ ਦਾ। ਸਾਰੇ ਪਿੱਛੇ ਤੁਸੀਂ ਆਪ ਵੀ ਹਟੇ ਹੋ। ਫਿਰ ਇਸ ਦਾ ਮਤਲਬ ਇੱਕ ਹੀ ਨਿਕਲਦਾ ਕਿ ਤੁਹਾਨੂੰ ਕਿਸਾਨ ਅੰਦੋਲਨ ਦੇ ਨਾਲ ਹਮਦਰਦੀ ਘੱਟ ਸੀ, ਪਰ ਤੁਹਾਨੂੰ ਦੀਪ ਸਿੱਧੂ ਤੇ ਲੱਖੇ ਸਿਧਾਣੇ ਤੋਂ ਅਲਰਜੀ ਬਹੁਤ ਜ਼ਿਆਦਾ ਸੀ। ਇਸ ਦਾ ਮਤਲਬ ਇਹੀ ਨਿਕਲਦਾ। ਸੋਨੀਆ ਮਾਨ ਨੂੰ ਸੰਬੋਧਿਤ ਹੋ ਕੇ ਮੈਂ ਇੱਕ ਗੱਲ ਕਰਨੀ ਚਾਹੁੰਦਾ, ਅਸੀਂ ਉਨੀ ਗੰਦੀ ਸ਼ਬਦਾਵਲੀ ਨਹੀਂ ਵਰਤ ਸਕਦੇ ਜਿੰਨੇ ਕਿ ਤੁਹਾਡੇ ਸਮਰਥਕ ਵਰਤਦੇ ਆ ਫੇਕ ਆਈਡੀਆਂ ਤੋਂ ਆ ਕੇ। ਤੁਸੀਂ ਹਮੇਸ਼ਾ ਸਾਨੂੰ ਇਹ ਕਿਹਾ ਵੀ ਜਿਹੜੇ ਦੀਪ ਸਿੱਧੂ ਦੇ ਸਮਰਥਕ ਹੈ ਉਹ ਦੀਪ ਸਿੱਧੂ ਦੀਆਂ ਫੋਟੋਆਂ ਲਾ ਕੇ ਨਕਲੀ ਆਈਡੀ ਬਣਾ ਕੇ ਸਾਨੂੰ ਗਾਲਾਂ ਕੱਢਦੇ। ਅਸੀਂ ਗਾਲਾਂ ਨਹੀਂ ਕੱਢਦੇ, ਅਸੀਂ ਤੁਹਾਨੂੰ ਸਾਰਥਿਕ ਸਵਾਲ ਪੁੱਛਦੇ ਹਾਂ। ਜਿਹੜਾ ਉੱਥੇ ਪੈਸਾ ਭੇਜਿਆ ਜਾਂਦਾ ਵਿਦੇਸ਼ਾਂ ਤੋਂ ਜਾਂਦਾ ਹੈ ਜਾਂ ਸਾਡੇ ਆਮ ਕਿਸਾਨਾਂ ਦਾ, ਸਾਡੇ ਪੇਰੈਂਟਸ ਦਾ ਜਿਹੜੇ ਇੰਡੀਆ 'ਚ ਬੈਠੇ ਤੁਹਾਨੂੰ ਉਹ ਦੇ ਰਹੇ ਨੇ, ਅਸੀਂ ਤਾਂ ਗੱਲ ਕਰਦੇ। ਸਾਡੀਆਂ ਵੀ ਉਨੀਆਂ ਜ਼ਮੀਨਾਂ ਨੇ, ਸਾਡੇ ਵੀ ਉਨੇ ਹੀ ਹੱਕ ਹੈ ਵੀ ਜੇ ਤੁਸੀਂ ਕਿਤੇ ਗਲਤ ਚੱਲ ਰਹੇ ਹੋ, ਸਾਨੂੰ ਕੁਝ ਗਲਤ ਹੁੰਦਾ ਦਿਖ ਰਿਹਾ ਤਾਂ ਅਸੀਂ ਤੁਹਾਨੂੰ ਸਵਾਲ ਕਰੀਏ। ਤੁਸੀਂ ਉਹ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਦੇ ਹੋ ਤੇ ਸਾਨੂੰ ਫੇਕ ਆਈਡੀਆਂ ਵਾਲੇ ਕਹਿ ਕੇ ਸੰਬੋਧਿਤ ਕਰਦੇ ਹੋ। ਇਸ ਕਰਕੇ ਮੈਂ ਤੁਹਾਨੂੰ ਲਾਈਵ ਹੋ ਕੇ ਦੱਸ ਰਿਹਾ ਸੀ ਫੇਕ ਆਈਡੀਆਂ ਵਾਲੇ ਨਹੀਂ। ਦੀਪ ਸਿੱਧੂ ਦੀਆਂ ਫੋਟੋਆਂ ਅਸੀਂ ਤਾਂ ਲਾਈਆਂ ਸੀ, ਸਾਨੂੰ ਉਸ ਦੇ ਨਾਲ ਹਮਦਰਦੀ ਸੀ, ਪਰ ਜਦੋਂ ਤੁਸੀਂ ਇਹ ਬਿਆਨਬਾਜ਼ੀ ਕਰਨੀ ਸ਼ੁਰੂ ਕੀਤੀ ਤਾਂ ਅਸੀਂ ਉਹ ਫੋਟੋਆਂ ਹਟਾ ਕੇ ਵੀ ਆਪਣੀਆਂ ਫੋਟੋਆਂ ਲਾ ਚੁੱਕੇ ਹਾਂ। ਅਸੀਂ ਅਸਲੀ ਆਈਡੀ ਤੋਂ ਹੈ, ਅਸੀਂ ਆਪਣੀ ਜਾਗਦੀ ਜ਼ਮੀਰ ਦੇ ਨਾਲ ਅਸੀਂ ਤੁਹਾਨੂੰ ਵੀਡੀਓ ਵੀ ਪਾਉਂਦੇ ਹਾਂ ਤੇ ਅਸੀਂ ਪੋਸਟਾਂ ਵੀ ਸ਼ੇਅਰ ਕਰਦੇ ਹਾਂ ਜਿਹੜੀਆਂ ਕਿ ਸਾਨੂੰ ਇੱਕ ਸਾਰਥਿਕ ਭਾਸ਼ਾ ਦੇ ਵਿੱਚ ਜੋ ਸਾਨੂੰ ਮਿਲਦੀਆਂ ਵੀ ਹੈ। ਤੁਸੀਂ ਭੰਡਣਾ, ਤੁਸੀਂ 1000 ਵਾਰ ਭੰਡੋ, ਉਹਨਾਂ ਨੂੰ IT ਸੈੱਲ ਕਹਿ ਕੇ ਭੰਡੋ, ਪਰ ਅੱਜ ਤੁਹਾਡਾ ਹੈਸ਼ਟੈਗ ਜਿਹੜਾ ਤੁਸੀਂ ਕਿਸਾਨ ਮੋਰਚਾ IT ਸੈੱਲ ਬਣਾਇਆ ਸੀ ਨਾ, ਉਹ ਤੁਹਾਡਾ ਟੌਪ ਤੇ ਕਿਉਂ ਨਹੀਂ ਲੈ ਕੇ ਜਾ ਰਿਹਾ ਅੱਜ ਹੈਸ਼ਟੈਗ? ਜੇ ਤੁਹਾਡੇ ਨਾਲ ਇੰਨੇ ਲੱਖਾਂ ਸਮਰਥਕ ਤੁਹਾਡੇ ਜੁੜੇ ਹੋਏ ਹੈ, ਤੁਹਾਡੇ ਹੈਸ਼ਟੈਗ ਕਿੱਥੇ ਨੇ ਅੱਜ? ਫੇਸਬੁੱਕ ਤੇ ਜਿਹੜੀਆਂ ਅੱਗੇ ਰਾਜੇਵਾਲ ਸਾਹਿਬ ਦੀਆਂ ਸਪੀਚਸ ਇੰਨੀਆਂ ਵਾਇਰਲ ਹੁੰਦੀਆਂ ਸੀ, ਉਹ ਕਿਉਂ ਨਹੀਂ ਹੋ ਰਹੀਆਂ? ਉਹ ਦੀਪ ਸਿੱਧੂ ਦੇ ਸਮਰਥਕ ਰੋਕ ਰਹੇ ਨੇ। ਕੌਣ ਰੋਕ ਰਿਹਾ ਉਹਨਾਂ ਨੂੰ? ਕਿਉਂਕਿ ਉਹ ਸਭ ਨੂੰ ਪਤਾ ਲੱਗ ਚੁੱਕਿਆ ਕਿ ਇਹਨਾਂ ਤਿਲਾਂ ਦੇ ਵਿੱਚ ਤੇਲ ਨਹੀਂ। ਇਹ ਅਸਲੀ ਮੁੱਦੇ ਤੋਂ ਤੁਸੀਂ ਭਟਕ ਚੁੱਕੇ ਹੋ। ਤੁਸੀਂ ਆਪਣੀ ਰਾਜਸੀ ਜਗ੍ਹਾ ਲੱਭ ਰਹੇ ਹੋ ਪੰਜਾਬ ਦੇ ਵਿੱਚ ਆ ਕੇ। ਤੁਸੀਂ ਨਹੀਂ ਚਾਹੁੰਦੇ ਕਿ ਨੌਜਵਾਨੀ ਅੱਗੇ ਆਵੇ ਤੇ ਜੇ ਕੋਈ ਰਾਜਨੀਤਿਕ ਜਾਂ ਕੋਈ ਪਾਰਟੀ ਦੀ ਗੱਲ ਹੁੰਦੀ ਪੰਜਾਬ ਦੇ ਵਿੱਚ ਉੱਠੀ ਤਾਂ ਉਹਦੇ ਵਿੱਚ ਦੀਪ ਸਿੱਧੂ ਦਾ ਨਾਮ ਤੇ ਲੱਖੇ ਸਿਧਾਣੀ ਜਾਂ ਹੋਰ ਨੌਜਵਾਨਾਂ ਦੇ ਨਾਮ ਅੱਗੇ ਹੋਣੇ ਤੁਸੀਂ ਨਹੀਂ ਚਾਹੁੰਦੇ। ਤੁਸੀਂ ਇਹੀ ਬੁੱਢੀ ਲੀਡਰਸ਼ਿਪ ਜਿਹੜੀ ਕਿ 50 ਸਾਲ ਤੋਂ ਪੰਜਾਬ ਨੂੰ ਪਹਿਲਾਂ ਲੁੱਟ ਕੇ ਖਾ ਰਹੀ ਹੈ, ਉੱਦਾਂ ਦੀ ਹੀ ਲੀਡਰਸ਼ਿਪ, ਉਹਨਾਂ ਦੀਆਂ ਸੱਜੀਆਂ ਖੱਬੀਆਂ ਬਾਹਾਂ ਜਿਹੜੀਆਂ ਬਾਹਾਂ ਨੇ ਉਹਨਾਂ ਦੀਆਂ, ਉਹ ਸਾਡੇ ਤੇ ਥੋਪਣਾ ਚਾਹੁੰਦੇ ਹੋ। ਇਸ ਕਰਕੇ ਤੁਸੀਂ ਪੰਜਾਬ ਦੇ ਵਿੱਚ ਥਾਂ ਤੇ ਰੈਲੀਆਂ ਕਰ ਰਹੇ ਹੋ। ਜਦ ਤੁਸੀਂ ਦਿੱਲੀ ਦੇ ਬੂਹੇ ਤੇ ਬੈਠੇ ਹੋ, ਪ੍ਰੈਸ਼ਰ ਤੁਸੀਂ ਉੱਥੇ ਬਣਾਉਣਾ ਹੈ। ਪੰਜਾਬ ਦੇ ਵਿੱਚ ਰੈਲੀਆਂ ਕਰਨ ਦਾ ਕੀ ਮਕਸਦ ਹੈ? ਮਹਿਰਾਜ ਰੈਲੀ ਹੋਈ ਸੀ ਨੌਜਵਾਨਾਂ ਦੀ, ਉਹ ਸਿਰਫ ਇਸ ਕਰਕੇ ਹੋਈ ਸੀ ਕਿਉਂਕਿ ਨੌਜਵਾਨ ਤੁਹਾਨੂੰ ਦੱਸਣਾ ਚਾਹੁੰਦੇ ਸੀ ਵੀ ਸਾਡੀ ਵੀ ਕੋਈ ਆਵਾਜ਼ ਹੈ, ਸਾਡੀ ਸੁਣਵਾਈ ਨਹੀਂ ਹੁੰਦੀ। ਅਸੀਂ ਤੁਹਾਨੂੰ ਉੱਥੇ ਸਟੇਜਾਂ ਦਿੱਲੀ ਲਾ ਕੇ ਦਿੱਤੀਆਂ, ਪਰ ਤੁਸੀਂ ਉਹ ਸਟੇਜਾਂ ਨੂੰ ਜੱਫਾ ਮਾਰ ਕੇ ਬੈਠ ਕੇ, ਜਿੱਦਾਂ ਪੰਜਾਬ ਦੇ ਵਿੱਚ ਰਾਜਨੀਤੀ ਨੂੰ ਇੱਕ ਦੋ ਨਿੱਜੀ ਪਰਿਵਾਰ ਮਾਰ ਕੇ ਬੈਠੇ ਹੈ, ਸ਼੍ਰੋਮਣੀ ਕਮੇਟੀ ਨੂੰ ਲੋਕ ਜੱਫਾ ਮਾਰ ਕੇ ਬੈਠੇ ਹੈ, ਇਸੇ ਤਰ੍ਹਾਂ ਇਹ ਕਿਸਾਨ ਲੀਡਰ ਜਿਹੜੇ ਹੈ ਸਟੇਜਾਂ ਨੂੰ ਨਾਗਵਲ ਪਾ ਕੇ ਬੈਠ ਗਏ ਹੈ। ਬਜ਼ੁਰਗ, ਜੇ ਕੋਈ ਦੀਪ ਸਿੱਧੂ ਦਾ ਨਾਮ ਸਟੇਜ ਤੋਂ ਲੈਂਦਾ, ਬਜ਼ੁਰਗ ਮਾਤਾ, ਤੁਸੀਂ ਉਹਨਾਂ ਦੇ ਹੱਥਾਂ ਦੇ ਵਿੱਚੋਂ ਮਾਈਕ ਖੋਹਨੇ ਹੋ। ਕੀ ਇਹ ਜਿਹਾ ਕੀ ਕਰ ਦਿੱਤਾ ਦੀਪ ਸਿੱਧੂ ਨੇ? ਸਰਕਾਰ ਖੁਦ ਮੰਨ ਰਹੀ ਹੈ
ਵੀ ਜਕਾਰੇ ਲਾਉਣੇ ਇਹ ਸਿੱਖ ਧਰਮ ਦਾ ਮੁੱਢਲਾ ਅਧਿਕਾਰ ਹੈ। ਨਿਸ਼ਾਨ ਸਾਹਿਬ ਚੜਿਆ, ਤਿਰੰਗੇ ਦੀ ਬੇਅਦਬੀ ਨਹੀਂ ਹੋਈ। ਦੀਪ ਸਿੱਧੂ ਨੇ ਕੀ ਮਾੜਾ ਕਰ ਦਿੱਤਾ? 8 ਮਹੀਨੇ ਤੰਬੂ ਦੇ ਵਿੱਚ ਤੁਹਾਡੇ ਨਾਲ ਰਿਹਾ, ਦਿਨ ਰਾਤ ਲਾਈਵ ਹੋ ਕੇ ਉਹ ਆਮ ਲੋਕਾਂ ਦਾ ਹਾਲ ਪੁੱਛਦਾ ਰਿਹਾ, ਆਮ ਲੋਕਾਂ ਦੀਆਂ ਵੀਡੀਓ ਤੁਹਾਡੇ ਤੱਕ ਪਹੁੰਚਾਉਂਦਾ ਰਿਹਾ, ਲੋਕਾਂ ਤੱਕ ਮੈਸੇਜ ਪਹੁੰਚਾਉਂਦਾ ਰਿਹਾ, ਲੋਕਾਂ ਨੂੰ ਇਕੱਠੇ ਕਰਦੇ ਰਹੇ। ਦੀਪ ਸਿੱਧੂ ਨੇ ਪੰਜਾਬ ਦੇ ਇਤਿਹਾਸ ਬਾਰੇ ਨੌਜਵਾਨਾਂ ਦੇ ਵਿੱਚ ਚਿਣਗ ਜਗਾਈ। ਇਹ ਗਲਤੀ ਸੀ ਦੀਪ ਸਿੱਧੂ ਦੀ ਵੀ ਜੋ ਉਹਨੇ ਮਰੀਆਂ ਜ਼ਮੀਰਾਂ, ਜਿਹੜੀ ਇੱਕ 40 ਸਾਲ ਤੋਂ ਜਿਹੜੀ ਚੀਜ਼ਾਂ ਦਬੀਆਂ ਹੋਈਆਂ ਸੀ, ਉਹਨੂੰ ਉੱਪਰ ਲੈ ਕੇ ਆਇਆ। ਨੌਜਵਾਨਾਂ ਦੇ ਸਿੱਧੀ ਉਹਨੇ ਰੂਬਰੂ ਉਹ ਗੱਲਾਂ ਕੀਤੀਆਂ। ਇਹ ਮਾੜਾ ਕੀਤਾ ਉਸਨੇ, ਜਿਹੜਾ ਕਿ ਤੁਹਾਨੂੰ ਚੁੱਭ ਰਿਹਾ ਸੀ ਵੀ ਕਿਤੇ ਪੰਜਾਬ ਦੀ ਨੌਜਵਾਨੀ ਜਾਗ ਨਾ ਜਾਵੇ, ਸਾਨੂੰ ਕੋਈ ਸਵਾਲ ਨਾ ਕਰੇ। ਇਸ ਕਰਕੇ ਤੁਸੀਂ ਉਹਨਾਂ ਤੇ ਕਿੰਤੂ ਪ੍ਰੰਤੂ ਕੀਤਾ। ਮਾਲਵਿੰਦਰ ਸਿੰਘ ਮਾਲੀ, ਕਾਮਰੇਡ ਪ੍ਰੋਫੈਸਰ ਮਨਜੀਤ ਸਿੰਘ, ਸਿਰ ਤੇ ਪੱਗਾਂ ਸਜਾਉਣੀਆਂ ਤੇ ਪੱਗਾਂ ਦੇ ਵਿੱਚ ਸਿਰ ਫਸਾਉਣ ਦੇ ਨਾਲ ਫਸਾਉਣਾ ਬਹੁਤ ਵੱਡਾ ਅੰਤਰ ਹੈ ਦੋਨਾਂ ਸ਼ਬਦਾਂ ਦੇ ਵਿੱਚ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਜਿਹੜਾ ਪ੍ਰੋਫੈਸਰ ਮਨਜੀਤ ਸਿੰਘ ਤੇ ਮਾਲਵਿੰਦਰ ਸਿੰਘ ਮਾਲੀ, ਪਹਿਲਾਂ ਇਹਨਾਂ ਦੇ ਨਿੱਜੀ ਜੀਵਨ, ਇਹਨਾਂ ਦੇ ਪਿਛੋਕੜ ਬਾਰੇ ਪੜ੍ਹੋ, ਤਾਂ ਉਸ ਤੋਂ ਬਾਅਦ ਫਿਰ ਤੁਸੀਂ ਦੀਪ ਸਿੱਧੂ ਤੇ ਲੱਖੇ ਸਿਧਾਣੇ ਦੇ ਕਿਰਦਾਰ ਬਾਰੇ ਗੱਲ ਕਰੋ ਵੀ ਇਹਨਾਂ ਦੀ ਦੇਣ ਕੀ ਹੈ। ਇਹ ਪੰਜਾਬ ਦੇ ਲਈ ਕਿੰਨਾ ਕੁ ਇਹ ਆਪਣਾ ਦਿਲ ਦੇ ਵਿੱਚ ਦਰਦ ਰੱਖ ਕੇ ਬੈਠੇ ਨੇ। ਸੋ ਆਪ ਸਭ ਦੇ ਚਰਨਾਂ ਦੇ ਵਿੱਚ ਇੱਕ ਹੀ ਬੇਨਤੀ ਹੈ। ਇੱਕ ਛੋਟੀ ਜੀ ਮੈਂ ਗੱਲ ਜਾਂਦੇ ਜਾਂਦੇ ਹੋਰ ਕਰਨੀ ਚਾਹੁੰਦਾ। ਜਿਹੜੇ ਸਮਰਥਕ ਦੀਪ ਸਿੱਧੂ ਜਾਂ ਲੱਖੇ ਸਿਧਾਣੇ ਦੇ ਕਿਸਾਨ ਅੰਦੋਲਨ ਨੂੰ ਸਮਰਪਿਤ ਨੇ, ਮੇਰੇ ਭੈਣ ਭਰਾ ਵੀਰ, ਬਿਲਕੁਲ ਬੇਮਤਲਬ ਦੀਆਂ ਪੋਸਟਾਂ ਪਾਉਣੀਆਂ ਦੀਪ ਸਿੱਧੂ ਦਾ ਨਾਮ ਲੈ ਕੇ, ਉਹ ਵੀ ਤੁਸੀਂ ਪਲੀਜ਼ ਬੰਦ ਕਰੋ ਜਿੰਨੀ ਦੇਰ ਦੀਪ ਸਿੱਧੂ ਬਾਹਰ ਨਹੀਂ ਆਉਂਦਾ। ਉਹ ਬਿਆਨ ਦੀਪ ਸਿੱਧੂ ਦੇ ਨਹੀਂ ਹੈ, ਉਹ ਤੁਸੀਂ ਤੁਹਾਡੀ ਆਪਣੇ ਨਿੱਜੀ ਹੋ ਸਕਦੇ ਹੈ, ਪਰ ਪੜ੍ਹਨ ਵਾਲਿਆਂ ਨੂੰ ਇਹ ਲੱਗ ਰਿਹਾ ਕਿ ਸਾਰੇ ਹੀ ਦੀਪ ਸਿੱਧੂ ਦੇ ਸਪੋਰਟਰ ਜਿਹੜੇ ਨੇ ਉਹ ਇੰਨੀ ਗੰਦੀ ਸ਼ਬਦਾਵਲੀ ਵਰਤਦੇ ਆ। ਅਸੀਂ ਉਹਨਾਂ ਦੇ ਪੱਧਰ ਤੱਕ ਨਹੀਂ ਜਾਣਾ ਜਿੰਨਾ ਗੰਦ ਉਹ ਬੋਲਦੇ ਆ। ਇਹ ਮਨੋਰਥ ਪੰਜਾਬ ਦੇ ਲਈ ਹੈ, ਪੰਜਾਬ ਦੇ ਲੋਕਾਂ ਦੇ ਲਈ, ਉਹਨਾਂ ਦੇ ਦਰਦ ਦੇ ਨਾਲ ਅਸੀਂ ਜੁੜੇ ਹੋਏ ਹਾਂ। ਮੈਂ ਇਕੱਲਾ ਨਹੀਂ, ਪੰਜਾਬ ਤੋਂ ਜਿੰਨੇ ਵੀ ਬਾਹਰ ਜਿਹੜੇ ਭੈਣ ਭਰਾ ਬੈਠੇ ਆ, ਉਹਨਾਂ ਦਾ ਦਰਦ ਉਹ ਸਾਰਾ ਹੀ ਪੰਜਾਬ ਦੇ ਨਾਲ ਉਸੇ ਤਰੀਕੇ ਜੁੜਿਆ। ਬੇਸ਼ੱਕ ਉਹ ਪੰਜਾਬ ਤੋਂ ਦੂਰ ਬੈਠੇ ਆ, ਸਾਰੇ ਪੰਜਾਬ ਨੂੰ ਚੜ੍ਹਦੀ ਕਲਾ 'ਚ ਦੇਖਣਾ ਚਾਹੁੰਦੇ ਆ, ਪਰ ਜਿਹੜੇ ਅੱਜ ਕੱਲ੍ਹ ਇਹ ਗੱਲਾਂ ਹੋ ਰਹੀਆਂ ਨੇ ਕਿਸਾਨ ਆਮ ਲੋਕਾਂ ਦੇ ਪੈਸੇ ਦੇ ਉੱਤੇ, ਤੁਸੀਂ ਉਹਨਾਂ ਦੀਆਂ ਬਰਸੀਆਂ ਮਨਾ ਰਹੇ ਹੋ ਜਿਨ੍ਹਾਂ ਨੇ ਸਿੱਖਾਂ ਦਾ ਘਾਣ ਕੀਤਾ। ਸਾਨੂੰ ਸੁਚੇਤ ਰਹਿਣ ਦੀ ਲੋੜ ਹੈ। ਇੱਕ ਆਪਣੀ ਜਾਗਦੀ ਜਿਹੜੀ ਤੁਹਾਡੀ ਜ਼ਮੀਰ ਹੁੰਦੀ ਹੈ, ਉਹਨੂੰ ਤੁਸੀਂ ਸਮਝੋ, ਉਹਨੂੰ ਥੋੜ੍ਹਾ ਹੋਰ ਜਗਾਓ ਤੇ ਸਮਝੋ ਵੀ ਪੰਜਾਬ ਦੇ ਵਿੱਚ ਚੱਲ ਕੀ ਰਿਹਾ, ਕਿ ਇਹ ਆਪਸ ਉੱਥੇ ਰਾਜਸੀ ਆਪਣੀ ਜਗ੍ਹਾ ਲੱਭ ਰਹੇ ਨੇ। ਇਹ ਪੰਜਾਬ ਦੇ ਵਿੱਚ ਰੈਲੀਆਂ ਕਰਨ ਦਾ ਮਨੋਰਥ ਕੀ ਹੈ ਇਹਨਾਂ ਦਾ? ਬਾਹਰ ਆ ਕੇ ਝੂਠੀ ਏਕਤਾ ਦੀ ਗੱਲ ਕਰਦੇ ਨੇ। ਕਿਹੜੀ ਏਕਤਾ ਦੀ ਗੱਲ ਕਰਦੇ ਨੇ? 32 ਜਥੇਬੰਦੀਆਂ ਨੇ, ਅੱਜ ਤੱਕ ਕਦੇ ਇਕੱਠੇ ਕਿਸੇ ਇੱਕ ਸਟੇਜ ਤੇ ਨਹੀਂ ਦਿਖੇ ਤੁਹਾਨੂੰ, ਕਦੇ ਇੱਕ ਇਕੱਠੀ ਮੀਟਿੰਗ 'ਚ ਨਹੀਂ ਤੁਹਾਨੂੰ ਦਿਖੇ। ਸਾਰਿਆਂ ਦੇ ਆਪੋ ਆਪਣੇ ਅੰਦਰ ਇਹਨਾਂ ਦੇ ਰਾਹ ਨੇ, ਆਪੋ ਆਪਣੇ ਇਹਨਾਂ ਦੇ ਮਨੋਰਥ ਨੇ, ਆਪਣਾ ਇੱਕ ਕੈਡਰ ਵੱਡਾ ਕਰਨ ਲੱਗੇ ਹੋਏ ਨੇ, ਆਪਣੀਆਂ ਮੈਂਬਰਸ਼ਿਪਾਂ ਵਧਾ ਰਹੇ ਨੇ, ਆਪਣੀ ਚੌਧਰ ਨੂੰ ਵਧਾ ਰਹੇ ਨੇ। ਸਿਰਫ ਇਹੀ ਇਹਨਾਂ ਦਾ ਮਨੋਰਥ ਹੈ, ਜਿਹੜਾ ਕਿ ਇਹ ਚਾਹੇ ਇਲੈਕਸ਼ਨਾਂ 'ਚ ਵਰਤਣ, ਚਾਹੇ ਪੰਜਾਬ ਦੀ ਅੱਗੇ ਰਾਜਨੀਤੀ ਹੈ ਜਿਹੜੀ ਉਹਦੇ ਲਈ ਵਰਤਣ। ਇਹਨਾਂ ਦਾ ਮਨੋਰਥ ਸਿਰਫ ਉੱਥੋਂ ਤੱਕ ਹੀ ਸੀਮਤ ਰਹਿ ਗਿਆ। ਸਾਨੂੰ ਸਮਝਣ ਦੀ ਲੋੜ ਹੈ, ਸੁਚੇਤ ਰਹਿਣ ਦੀ ਲੋੜ ਹੈ। ਇਹਨਾਂ ਤੋਂ ਦੁਬਾਰਾ ਫੇਰ ਮਿਲਾਂਗੇ, ਜੇ ਲਾਈਵ ਹੋਵਾਂਗੇ, ਜੇ ਕੋਈ ਸਾਨੂੰ ਹੋਰ ਮੁੱਦਾ ਲੱਗਿਆ ਵੀ ਤੁਹਾਨੂੰ ਜ਼ਰੂਰੀ ਗੱਲ ਕਰਨੀ ਚਾਹੀਦੀ ਹੈ ਜੀ। ਜੁੜੇ ਰਹੋ ਦੀਪ ਸਿੱਧੂ ਦੇ ਨਾਲ, ਲੱਖੇ ਸਿਧਾਣੇ ਦੇ ਨਾਲ, ਸਪੋਰਟ ਕਰੋ, ਨੌਜਵਾਨਾਂ ਨੂੰ ਵਾਪਸ ਅੰਦੋਲਨ ਦੇ ਵਿੱਚ ਲੈ ਕੇ ਆਓ ਤੇ ਪੰਜਾਬ ਦੇ ਲਈ ਚੜ੍ਹਦੀ ਕਲਾ ਦੀ ਅਰਦਾਸ ਕਰੋ। ਕਿਸਾਨ ਅੰਦੋਲਨ ਨੂੰ ਹਮਾਇਤ ਦਿਓ, ਅੱਖਾਂ ਬੰਦ ਕਰਕੇ ਨਹੀਂ, ਅੱਖਾਂ ਖੋਲ ਕੇ, ਦਿਮਾਗ ਨੂੰ ਖੋਲ ਕੇ ਜਿਹੜੀ ਹੈ ਉਹ ਕਿਸਾਨ ਅੰਦੋਲਨ ਦੀ ਸਪੋਰਟ ਕਰੀਏ। ਕਿ ਜੋ ਸਾਡੇ ਲੀਡਰ, ਜੋ ਤੁਸੀਂ ਸੋ ਕਾਲ ਜਿਹੜੇ ਤੁਸੀਂ ਕਿਸਾਨ ਲੀਡਰ ਅੱਗੇ ਲਾਏ ਹੋਏ ਹੈ, ਕਿ ਉਹ ਤੁਹਾਡੀ ਯੋਗ ਅਗਵਾਈ ਕਰ ਰਹੇ ਹੈ ਜਾਂ ਨਹੀਂ ਕਰ ਰਹੇ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦੋਸਤੋ, ਇਸ ਨੌਜਵਾਨ ਵੱਲੋਂ ਜੋ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ ਨੇ, ਉਸ ਬਾਰੇ ਤੁਹਾਡੀ ਕੀ ਰਾਏ ਹੈ? ਤੁਸੀਂ ਵੀ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਅਤੇ ਆਪਣੇ ਸੁਝਾਅ ਜਾਂ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰ ਸਕਦੇ ਹੋ। ਤੇ ਦੋਸਤੋ, ਹੁਣ ਤੁਹਾਨੂੰ ਲੈ ਚੱਲਦੇ ਹਾਂ ਲੱਖਾ ਸਿਧਾਣਾ ਦੀ ਸਾਹਮਣੇ ਆਈ ਲੇਟੈਸਟ ਲਾਈਵ ਵੀਡੀਓ ਵੱਲ ਅਤੇ ਦੇਖਦੇ ਹਾਂ ਕਿ ਉਹਨਾਂ ਨੇ ਕੀ ਅਪੀਲ ਕੀਤੀ ਹੈ ਤੇ ਕੀ ਬੋਲਿਆ ਆਪਣੇ ਸੋਸ਼ਲ ਮੀਡੀਆ ਤੇ ਸਾਹਮਣੇ ਆ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਰੂਰੀ ਸੂਚਨਾ ਇਹਨੂੰ ਸਮਝ ਲਓ ਜਾਂ ਇੱਕ ਸਲਾਹ ਸਮਝ ਲਓ। ਇਹ ਵੀ ਸਾਡੇ ਕਿਸਾਨ ਆਗੂ ਆ, ਉਹਨਾਂ ਨੂੰ ਕਹਿਣਾ ਚਾਹੁੰਦਾ ਜਾਂ ਉਹਨਾਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਇਹ ਗੱਲ ਕਿ ਆਗੂਆਂ ਦੀ ਲੋੜ ਅੱਜ ਸਿੰਘੂ ਸਟੇਜ ਤੇ ਆ। ਮੋਰਚੇ ਦੇ ਵਿੱਚ ਜਿਹੜੀ ਮੈਂ ਲੋਕਾਂ ਨੂੰ ਮਿਲ ਕੇ ਆਇਆ,
ਦੇ ਵਿੱਚ ਇੱਕ ਗੱਲ ਆਮ ਤੌਰ ਤੇ ਜਿਹੜੀ ਦੇਖੀ ਆ ਉਹ ਇਹ ਹੈ ਕਿ ਉਹ ਕਹਿ ਰਿਹਾ ਕਿ ਕਈ ਦਿਨ ਹੋ ਗਏ ਜਿਹੜੇ ਆਗੂ ਨੇ ਉਹ ਸਟੇਜ ਤੇ ਨਹੀਂ ਦਿਖੇ ਕਿਤੇ। ਸੋ ਪੰਜਾਬ ਦੇ ਵਿੱਚ ਜਾਣ ਦੀ ਬਜਾਏ, ਪੰਜਾਬ ਦੇ ਵਿੱਚ ਰੈਲੀਆਂ ਕਰਨ ਦੀ ਬਜਾਏ ਬੈਠੇ ਹੋਏ ਲੋਕ ਨੇ ਟਰਾਲੀਆਂ ਦੇ ਵਿੱਚ, ਤੰਬੂਆਂ ਦੇ ਵਿੱਚ ਬੇਸਬਰੀ ਨਾਲ ਉਡੀਕ ਕਰਦੇ ਨੇ, ਤੁਹਾਡੀਆਂ ਗੱਲਾਂ ਬਾਤਾਂ ਸੁਣਨਾ ਚਾਹੁੰਦੇ ਨੇ। ਸੋ ਇਸ ਕਰਕੇ ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ ਕਿ ਪੰਜਾਬ ਨੂੰ ਛੱਡ ਕੇ ਸਿੱਖੂ ਮੋਰਚੇ ਦੇ ਉੱਤੇ ਜ਼ਰੂਰ ਪਹੁੰਚੋ। ਇਹਨਾਂ ਸਮਝ ਲਓ ਵੀ ਪਤਾ ਨਹੀਂ ਮੱਥਾਂ ਦੇਣ ਲੱਗ ਗਿਆ। ਇਹ ਗੱਲ ਨਹੀਂ, ਜੋ ਇੱਥੋਂ ਦੇ ਮੌਜੂਦਾ ਹਾਲਾਤ ਨੇ ਮੈਂ ਉਹਦੇ ਹਿਸਾਬ ਨਾਲ ਤੁਹਾਨੂੰ ਦੱਸ ਰਿਹਾ, ਕਿਉਂਕਿ ਮੈਂ ਤਾਂ ਖੁੱਲ੍ਹੇਆਮ ਘੁੰਮ ਫਿਰ ਨਹੀਂ ਸਕਦਾ, ਇਹ ਤੁਹਾਨੂੰ ਵੀ ਪਤਾ। ਤੁਸੀਂ ਫਿਰ ਸਕਦੇ ਹੋ, ਘੁੰਮ ਫਿਰ ਸਕਦੇ ਹੋ। ਸੋ ਜਿਹੜੀ ਇੱਥੋਂ ਦੀ ਅਸਲ ਸੱਚਾਈ ਹੈ ਉਹ ਤੁਹਾਡੇ ਮੈਂ ਧਿਆਨ 'ਚ ਲਿਆਂਦੀ ਹੈ ਕਿ ਇੱਥੇ ਲੋਕਾਂ 'ਚ ਬਹੁਤ ਜ਼ਿਆਦਾ ਨਿਰਾਸ਼ਤਾ ਫੈਲ ਰਹੀ ਆ ਕਿ ਕੋਈ ਆਗੂ ਦਿਖ ਨਹੀਂ ਰਿਹਾ। ਆਗੂ ਪੰਜਾਬ ਫਿਰਦੇ ਨੇ, 10-10 ਦਿਨ ਹੋ ਗਏ, ਹਫ਼ਤਾ ਕਦੇ ਦਿਖੇ ਨਹੀਂ ਹੈ। ਸੋ ਦੋਸਤੋ, ਲੱਖਾ ਸਿਧਾਣਾ ਦੀ ਇਸ ਵੀਡੀਓ ਦੇ ਨਾਲ ਹੀ ਹੁਣ ਇੱਥੇ ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ। ਅੱਜ ਦੇ ਅਪਡੇਟਸ ਦੀ ਲੜੀ ਦੇ ਵਿੱਚ ਫਿਲਹਾਲ ਇੰਨਾ ਹੀ। ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੇ ਲੇਟੈਸਟ ਅਪਡੇਟਸ, ਕਿਸਾਨੀ ਸੰਘਰਸ਼ ਨਾਲ ਜੁੜੀਆਂ ਹੋਈਆਂ ਤਾਜ਼ਾ ਖਬਰਾਂ ਤੇ ਹੋਰ ਸੋਸ਼ਲ ਨਿਊਜ਼ ਸਭ ਤੋਂ ਪਹਿਲਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਤੁਹਾਡੇ ਹੀ ਆਪਣੇ ਚੈਨਲਸ ਲਿਮਟਿਡ ਗਿਆਨ ਤੇ ਸਵੈਗ ਪੰਜਾਬ ਟੀਵੀ। ਅਤੇ ਚੈਨਲਸ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਸਬਸਕ੍ਰਾਈਬ ਬਟਨ ਦੇ ਨਾਲ ਵਾਲੀ ਜੋ ਨੋਟੀਫਿਕੇਸ਼ਨ ਬੈਲ ਹੈ ਉਸ ਤੇ ਕਲਿੱਕ ਕਰਕੇ ਆਲ ਤੇ ਜ਼ਰੂਰ ਸਿਲੈਕਟ ਕਰ ਲੈਣਾ, ਤਾਂ ਕਿ ਸਾਡੀ ਹਰ ਇੱਕ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ। ਸੋ ਦੋਸਤੋ, ਹੁਣ ਫਿਲਹਾਲ ਇੱਥੇ ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ। ਮਿਲਾਂਗੇ ਜਲਦ। ਥੈਂਕ ਯੂ, ਧੰਨਵਾਦ, ਟੇਕ ਕੇਅਰ।